आज़ादी का अमृत महोत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਵਿਸ਼ਵ ਪ੍ਰਸਿੱਧ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਅਤੇ ਲੇਖਕ ਪੱਤਰਕਾਰ ਤੇ ਸੰਸਕ੍ਰਿਤੀ ਕਾਰਜਕਰਤਾ ਪਿਆਰੀ ਚੰਦ ਮਿੱਤਰਾ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। ਅੱਜ ਅਸੀਂ ਵਿਸ਼ਵ ਪੱਧਰ ਤੇ ਪ੍ਰਸਿੱਧ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਦੀ ਬਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੀ ਮੌਤ 23 ਨਵੰਬਰ 1937 ਨੂੰ ਹੋਈ ਸੀ। ਬੋਸ ਨੇ ਪਲਾਂਟ ਫਿਜ਼ੀਓਲੋਜੀ, ਰੇਡੀਓ ਟੈਕਨੋਲੋਜੀ ਅਤੇ ਕੁਦਰਤੀ ਦੁਨੀਆ ਵਿੱਚ ਸਾਡੀ ਆਧੁਨਿਕ ਸਮਝ ਅਤੇ ਕਈ ਹੋਰ ਵਿਗਿਆਨੀ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬੋਸ ਦੀ ਵਿਲੱਖਣ ਵਿਗਿਆਨੀ ਖੋਜਾਂ ਨੇ ਆਧੁਨਿਕ ਭਾਰਤ ਦੇ ਨਿਰਮਾਣ ਲਈ ਪ੍ਰੇਰਿਤ ਕੀਤਾ, ਨਾਲ ਹੀ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਾਈ ਵਿੱਚ ਭਾਰਤੀਆਂ ਨੂੰ ਮਜ਼ਬੂਤ ਪਛਾਣ ਦੇ ਨਾਲ ਪ੍ਰੇਰਿਤ ਕੀਤਾ। ਜਗਦੀਸ਼ ਚੰਦਰ ਬੋਸ ਦਾ ਜਨਮ 3 ਨਵੰਬਰ 1858 ਨੂੰ ਮੁੰਸ਼ੀਗੰਜ, ਬੰਗਾਲ ਪ੍ਰੈਜ਼ੀਡੈਂਸੀ ਵਿੱਚ ਹੋਇਆ, ਜੋ ਹੁਣ ਬੰਗਲਾਦੇਸ਼ ਵਿੱਚ ਹੈ। ਉਨ੍ਹਾਂ ਦੇ ਪਿਤਾ ਭਗਵਾਨ ਚੰਦਰ ਬੋਸ ਇੱਕ ਸਿਵਲ ਅਧਿਕਾਰੀ ਸਨ। ਉਹ ਹਿੰਦੂ ਸੁਧਾਰ ਅੰਦੋਲਨਾਂ ਵਿੱਚ ਸਰਗਰਮ ਸਨ। ਬੋਸ ਦਾ ਪਾਲਣ ਪੋਸ਼ਣ ਭਾਰਤੀ ਪਰੰਪਰਾਵਾਂ ਤੇ ਸੰਸਕ੍ਰਿਤੀ ਦੇ ਪ੍ਰਤੀ ਸਮਰਪਿਤ ਪਰਿਵਾਰ ਵਿੱਚ ਹੋਇਆ। ਬੋਸ ਦੇ ਪਿਤਾ ਨੇ ਉਨ੍ਹਾਂ ਨੂੰ ਮਹਿੰਗੀ ਅੰਗਰੇਜ਼ੀ ਭਾਸ਼ਾ ਦੇ ਸਕੂਲ ਵਿੱਚ ਭੇਜਣ ਦੀ ਬਜਾਏ ਇੱਕ ਸਥਾਨਕ ਭਾਸ਼ਾ ਕੇਂਦਰੀ ਸਕੂਲ ਵਿੱਚ ਭਰਤੀ ਕਰਵਾਇਆ, ਤਾਂ ਕਿ ਉਹ ਆਪਣੀ ਬੰਗਲਾ ਭਾਸ਼ਾ ਸਿੱਖ ਸਕਣ ਤੇ ਵਿਭਿੰਨ ਪ੍ਰਕਾਰ ਦੇ ਲੋਕਾਂ ਨੂੰ ਜਾਣ ਤੇ ਸਮਝ ਸਕਣ। ਆਰੰਭਿਕ ਜੀਵਨ ਦੇ ਇਸ ਅਨੁਭਵ ਅਤੇ ਵਿਭਿੰਨ ਲੋਕਾਂ ਦੇ ਨਾਲ ਸੰਪਰਕ ਦਾ ਪ੍ਰਭਾਵ ਜੀਵਨ ਭਰ ਬੋਸ ਤੇ ਰਿਹਾ ਤੇ ਇਹ ਉਨ੍ਹਾਂ ਦੇ ਕੰਮ ਅਤੇ ਜੀਵਨ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਵਿੱਚ ਦਿਖਾਈ ਦਿੰਦਾ ਹੈ। ਬੋਸ ਦੇ ਪਿਤਾ ਨੇ ਭਾਰਤੀ ਸਿਵਲ ਸੇਵਾ ਵਿੱਚ ਸ਼ਾਮਲ ਹੋਣ ਦੀ ਉਨ੍ਹਾਂ ਦੀ ਇੱਛਾ ਨੂੰ ਨਹੀਂ ਮੰਨਿਆ ਤੇ ਇਸ ਦੀ ਬਜਾਏ ਉਨ੍ਹਾਂ ਨੂੰ ਲੰਡਨ ਵਿਸ਼ਵ ਵਿਦਿਆਲਿਆ ਵਿੱਚ ਚਿਕਿਤਸਾ ਦਾ ਅਧਿਐਨ ਕਰਨ ਦੇ ਲਈ ਇੰਗਲੈਂਡ ਭੇਜ ਦਿੱਤਾ। ਹਾਲਾਂਕਿ ਵਾਰ-ਵਾਰ ਬਿਮਾਰ ਹੋਣ ਕਾਰਨ ਉਹ ਆਪਣੀ ਚਿਕਿਤਸਾ ਦੀ ਪੜ੍ਹਾਈ ਪੂਰੀ ਨਾ ਕਰ ਸਕੇ ਅਤੇ ਉਨ੍ਹਾਂ ਨੇ ਇਸ ਨੂੰ ਛੱਡ ਕੇ ਕੁਦਰਤੀ ਵਿਗਿਆਨ ਅਤੇ ਭੌਤਿਕੀ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਭਾਰਤ ਪਰਤਣ ਤੋਂ ਬਾਅਦ ਬੋਸ ਨੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਭੌਤਿਕੀ ਦੇ ਪ੍ਰੋਫੈਸਰ ਦੇ ਰੂਪ ਵਿੱਚ ਸੇਵਾਵਾਂ ਦਿੱਤੀਆਂ। ਬ੍ਰਿਟਿਸ਼ ਪ੍ਰਸ਼ਾਸਨ ਦੁਆਰਾ ਨਸਲੀ ਭੇਦਭਾਵ ਦੇ ਬਾਵਜੂਦ ਉਨ੍ਹਾਂ ਨੇ ਰਿਮੋਟ ਵਾਇਰਲੈਸ ਸਿੰਗਲਿੰਗ ਦੇ ਆਪਣੀ ਖੋਜ ਵਿੱਚ ਵਰਣਨਯੋਗ ਤਰੱਕੀ ਕੀਤੀ। ਹਾਲਾਂਕਿ ਬੋਸ ਨੇ ਇਸ ਖੋਜ ਨਾਲ ਵਪਾਰਕ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀਆਂ ਖੋਜਾਂ ਨੂੰ ਜਨਤਕ ਕੀਤਾ, ਤਾਂ ਕਿ ਹੋਰ ਲੋਕਾਂ ਨੂੰ ਵੀ ਆਪਣੀਆਂ ਖੋਜਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਮਿਲ ਸਕੇ। ਬੋਸ ਨੇ ਪਲਾਂਟ ਫਿਜ਼ੀਓਲੋਜੀ ਲਈ ਕਈ ਖੋਜਾਂ ਕੀਤੀਆਂ ਤੇ ਆਪਣੀ ਇੱਕ ਖੋਜ ਕ੍ਰੈਸਕੋਗ੍ਰਾਫ ਦੀ ਵਰਤੋਂ ਵੱਖ-ਵੱਖ ਕਿਰਿਆਵਾਂ ਲਈ ਪੌਦਿਆਂ ਦੀ ਪ੍ਰਤੀਕਿਰਿਆ ਮਾਪਣ ਲਈ ਕੀਤੀ ਤੇ ਇਸ ਤਰ੍ਹਾਂ ਵਿਗਿਆਨਿਕ ਰੂਪ ਵਿੱਚ ਜਾਨਵਰਾਂ ਤੇ ਪੌਦਿਆਂ ਵਿਚਾਲੇ ਸਮਾਨਤਾ ਸਾਬਤ ਹੋਈ। ਆਪਣੀ ਖੋਜ ਨੂੰ ਸਹੂਲਤਯੋਗ ਬਣਾਉਣ ਲਈ ਉਨ੍ਹਾਂ ਨੇ ਬੇਹੱਦ ਮਾਮੂਲੀ ਸੰਚਾਰ ਨੂੰ ਦਰਜ ਕਰਨ ਵਿੱਚ ਸੰਪੂਰਨ ਸਵੈਚਾਲਿਤ ਰਿਕਾਰਡ ਦਾ ਨਿਰਮਾਣ ਕੀਤਾ। ਇਨ੍ਹਾਂ ਉਪਕਰਨਾਂ ਨੇ ਕੁਝ ਹੈਰਾਨੀਜਨਕ ਪਰਿਣਾਮ ਦਿੱਤੇ, ਜਿਵੇਂ ਕਿ ਜ਼ਖਮੀ ਪੌਦਿਆਂ ਦਾ ਕੰਬਣਾ, ਜਿਸ ਨੂੰ ਬੋਸ ਨੇ ਪੌਦਿਆਂ ਵਿੱਚ ਮਹਿਸੂਸ ਕਰਨ ਦੀ ਸ਼ਕਤੀ ਦੇ ਰੂਪ ਵਿੱਚ ਰੂਪਮਾਨ ਕੀਤਾ। 1917 ਵਿੱਚ ਉਨ੍ਹਾਂ ਨੇ ਭਾਰਤ ਦੇ ਇੱਕ ਪ੍ਰਮੁੱਖ ਅਤੇ ਸਭ ਤੋਂ ਪੁਰਾਣੀ ਖੋਜ ਸੰਸਥਾ ਵਿੱਚੋਂ ਇੱਕ ਬੋਸ ਸੰਸਥਾ ਦੀ ਸਥਾਪਨਾ ਕੀਤੀ। ਰਵਿੰਦਰਨਾਥ ਟੈਗੋਰ ਨੇ ਜਗਦੀਸ਼ ਚੰਦਰ ਬੋਸ ਦੀ ਪ੍ਰਸ਼ੰਸਾ ਵਿੱਚ ਕਿਹਾ ਸੀ ਕਿ ਪੱਛਮ ਵਿੱਚ ਵਿਗਿਆਨ ਦੇ ਮੰਦਰ ਤੋਂ ਸਿੰਧੂ ਦੇ ਉਸ ਪਾਰੋਂ ਹੇ ਮੇਰੇ ਦੋਸਤ ਆਪ ਜਿੱਤ ਦੀ ਮਾਲਾ ਲਿਆਇਓ। ਬੋਸ ਦੇ ਸਨਮਾਨ ਵਿੱਚ ਚੰਦਰਮਾ ਤੇ ਇੱਕ ਕਰੈਕਟਰ ਦਾ ਨਾਂ ਉਨ੍ਹਾਂ ਦੇ ਨਾਂ ਤੇ ਰੱਖਿਆ ਗਿਆ ਹੈ। ਅਸੀਂ ਇਸ ਮਹਾਨ ਵਿਦਵਾਨ ਨੂੰ ਸਲਾਮ ਕਰਦੇ ਹਾਂ। ਅੱਜ ਅਸੀਂ ਲੇਖਕ, ਪੱਤਰਕਾਰ ਤੇ ਸੰਸਕ੍ਰਿਤੀ ਕਾਰਜਕਰਤਾ ਪਿਆਰੀ ਚੰਦ ਮਿੱਤਰਾ ਨੂੰ ਵੀ ਯਾਦ ਕਰਦੇ ਹਾਂ, ਜੋ 23 ਨਵੰਬਰ 1883 ਨੂੰ ਸਾਨੂੰ ਛੱਡ ਕੇ ਚਲੇ ਗਏ। ਮਿੱਤਰਾ ਨੂੰ ਪੱਤਰਕਾਰਤਾ ਤੇ ਬੰਗਾਲ ਸਾਹਿਤ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ।
ਮਿਤਰਾ ਹੈਨਰੀ ਡੈਰਜੀਓ ਯੰਗ ਬੰਗਾਲ ਸਮੂਹ ਦੇ ਮੈਂਬਰ ਸਨ, ਜਿਨ੍ਹਾਂ ਨੇ ਸਰਲ ਬੰਗਲਾ ਗਦ ਦੀ ਸ਼ੁਰੂਆਤ ਦੇ ਨਾਲ ਬੰਗਾਲ ਪੁਨਰ ਜਾਗਰਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਵਿਭਿੰਨ ਸਮਾਜਿਕ ਪਹਿਲੂਆਂ ਨਾਲ ਜੁੜੇ ਸਨ ਅਤੇ ਕੋਲਕਾਤਾ ਵਿਸ਼ਵ ਵਿਦਿਆਲਿਆ ਸੈਨਿਕ, ਬੇਥੂਏਨ ਸੁਸਾਇਟੀ ਅਤੇ ਬ੍ਰਿਟਿਸ਼ ਇੰਡੀਆ ਐਸੋਸੀਏਸ਼ਨ ਦੇ ਮੈਂਬਰ ਸਨ। ਉਨ੍ਹਾਂ ਨੇ ਦੇਸ਼ ਵਿੱਚ ਖੇਤੀ ਦੀ ਵਿਕਾਸ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਤੇ ਟੈਕਸ ਸੰਗ੍ਰਹਿ ਦੀ ਠੇਕੇਦਾਰੀ ਵਿਵਸਥਾ, ਸਥਾਈ ਬੰਦੋਬਸਤ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਖੇਤੀ ਬਾਰੇ ਪੁਸਤਕਾਂ ਦੇ ਅੰਗਰੇਜ਼ੀ ਤੋਂ ਬੰਗਲਾ ਵਿੱਚ ਅਨੁਵਾਦ ਦੇ ਲਈ ਇੱਕ ਸੰਗਠਨ ਦੀ ਵੀ ਸਥਾਪਨਾ ਕੀਤੀ। 1857 ਵਿੱਚ ਮਿਤਰਾ ਨੇ ਰਾਗਨਾਥ ਸਿਕੰਦਰ ਨਾਲ ਮਿਲ ਕੇ ਇੱਕ ਛੋਟੀ ਪੱਤਰਿਕਾ ਮਾਸਿਕ ਸ਼ੁਰੂ ਕੀਤੀ, ਜਿਸ ਵਿੱਚ ਸੌਖੀ ਬੰਗਲਾ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਹ ਬੰਗਲਾ ਦੇ ਪ੍ਰਯੋਗ ਵਿੱਚ ਇੱਕ ਵੱਡੀ ਸਫਲਤਾ ਸੀ ਅਤੇ ਪੱਤਰਿਕਾ ਜਲਦੀ ਹੀ ਬਹੁਤ ਹਰਮਨ ਪਿਆਰੀ ਹੋ ਗਈ। ਸ਼ਦਮਨਾ ਹੇਠ ਟੇਕ ਚੰਦ ਠਾਕੁਰ ਨੇ ਲਿਖੇ ਗਏ ਉਨ੍ਹਾਂ ਦੇ ਨਾਵਲ ਆਲਾਲੇਰ ਤਰੇਰ ਦੁਲਾਲ ਵਿੱਚ ਸੌਖੀ ਬੰਗਾਲੀ ਗਦ ਦੀ ਵਰਤੋਂ ਕੀਤੀ ਗਈ, ਜੋ ਉਸ ਸਮੇਂ ਦੀ ਬੋਲਚਾਲ ਦੀ ਭਾਸ਼ਾ ਦੇ ਕਰੀਬ ਸੀ। ਇਸ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਸੀ ਕਿ ਇਸ ਦੀ ਭਾਸ਼ਾ ਸ਼ੈਲੀ ਨੂੰ ਅਲਾਲੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਪਿਆਰੀ ਚੰਦ ਮਿਤਰਾ ਜੀਵਨ ਦੇ ਅੰਤਮ ਸਮੇਂ ਤੱਕ ਭਾਰਤੀ ਸਮਾਜ ਦੀ ਭਲਾਈ ਲਈ ਕੰਮ ਕਰਦੇ ਰਹੇ। ਭਾਰਤ ਭੂਮੀ ਦੇ ਇਸ ਮਹਾਨ ਸਪੂਤ ਨੂੰ ਅਸੀਂ ਸਲਾਮ ਕਰਦੇ ਹਾਂ।